ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਜਿਹੜਾ ਹੱਲੇ ਦਾ ਇੱਕ ਨਵਾਂ ਖਾਕਾ ਤਿਆਰ ਕਰ ਲਿਆ ਹੈ। ਸਾਡੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ, ਇਸ ਨੂੰ ਅੱਜ 81 ਦਿਨ ਬੀਤ ਚੁੱਕੇ ਨੇ। 81 ਦਿਨਾਂ ਬਾਅਦ ਵੀ ਜਿਹੜੇ ਕੋਈ ਵੀ ਗੱਲ ਹੈਗੀ ਹੈ, ਕੋਈ ਤਨ ਪਤਨ ਨਹੀਂ ਲੱਗੀ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਰਾਹ ਜਿਹੜੇ ਆ ਬੰਦ ਕਰ ਦਿੱਤੇ ਨੇ ਤੇ ਕਿਸਾਨ ਜਥੇਬੰਦੀਆਂ ਜਿਹੜੀ ਕਹਿ ਰਹੀਆਂ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਜਿਵੇਂ ਕੇਂਦਰ ਸਰਕਾਰ ਨੇ ਇੱਕ ਪਾਸੇ ਤਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਰਾਹ ਬੰਦ ਕੀਤੇ ਨੇ, ਪਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਇੱਕਦਮ ਕਿਸਾਨਾਂ ਤੇ ਹੱਲਾ ਤੇਜ਼ ਕਰ ਦਿੱਤਾ ਹੈ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ 'ਚ ਇਹ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਹੁਣ ਪੌਣੇ 3 ਮਹੀਨੇ ਦੇ ਕਰੀਬ ਇਹ ਕਿਸਾਨ ਅੰਦੋਲਨ ਨੂੰ ਚੱਲਦੇ ਹੋ ਗਏ ਨੇ ਔਰ ਇਹ ਬੜੇ ਅਲੱਗ-ਅਲੱਗ ਪੜਾਵਾਂ ਵਿੱਚ ਦੀ ਇਹ ਕਿਸਾਨ ਅੰਦੋਲਨ ਗੁਜ਼ਰ ਕੇ ਹੁਣ ਦਿੱਲੀ ਤੱਕ ਪਹੁੰਚਿਆ ਔਰ ਦਿੱਲੀ ਦੇ ਵਿੱਚ ਵੀ ਹੁਣ ਕਾਫੀ ਇਹ ਗਰਮਾ ਗਿਆ। ਚਾਹੇ ਹੁਣ ਕਿਸਾਨਾਂ ਨੂੰ ਪੋਹ ਦੀਆਂ ਜਿਹੜੀਆਂ ਠੰਡੀਆਂ ਰਾਤਾਂ ਉਹ ਝੱਲਣੀਆਂ ਪੈ ਰਹੀਆਂ ਨੇ, ਤਾਂ ਜ਼ਰੂਰ ਲੱਗ ਰਿਹਾ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਕਿ ਸੈਂਟਰ ਗੌਰਮੈਂਟ ਨੇ ਜਿਹੜਾ ਕੋਈ ਨਵਾਂ ਆਪਣੇ ਮਨ ਦੇ ਵਿੱਚ ਜਾਂ ਆਪਾਂ ਗੁਪਤ ਰੂਪ ਦੇ ਵਿੱਚ ਇਹੋ ਜਿਹਾ ਜ਼ਰੂਰ ਕੋਈ ਨਾ ਕੋਈ ਖਾਕਾ ਬਾਇਆ ਹੋਇਆ ਹੈ ਔਰ ਜਿਹਦੇ ਵਿੱਚ ਕੋਈ ਇਸ ਕਿਸਮ ਦੇ ਨਕਸ਼ੇ ਦੇ ਵਿੱਚ ਕੋਈ ਰੰਗ ਭਰੇ ਹੋਣਗੇ ਕਿ ਇਸ ਅੰਦੋਲਨ ਨੂੰ ਕਿਵੇਂ ਠਿੱਬੀ ਲਾਈ ਜਾ ਸਕਦੀ ਹੈ ਔਰ ਕਿਵੇਂ ਇਸ ਅੰਦੋਲਨ ਨੂੰ ਭੜਕਾਇਆ ਜਾ ਸਕਦਾ ਹੈ। ਅਸਲ 'ਚ ਇਹ ਜੰਗ ਹੈ ਜਿਹੜੀ ਹੁਣ ਅੰਨਦਾਤਾ ਦੀ ਹੈ ਤੇ ਜਾਂ ਦੂਸਰੀ ਤਰਫ ਸਾਡੀ ਗੌਰਮੈਂਟ ਦੀ ਹੈਗੀ ਹੈ। ਅੰਨਦਾਤਾ ਜਿਹਦਾ ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਤੇ ਸਿਰਫ ਇੱਕੋ ਹੀ ਧਰਮ ਹੈਗਾ ਕਿ ਸਾਰੀ ਮਨੁੱਖਤਾ ਦਾ ਪੇਟ ਭਰਨਾ, ਸਾਰੇ ਲੋਕਾਂ ਦੇ ਰਿਜ਼ਕ ਦੀ ਜਿਹੜੀ ਫਿਕਰ ਕਰਨਾ। ਤੇ ਦੂਸਰੀ ਸਾਡੀ ਗੌਰਮੈਂਟ ਹੈ ਜਿਹਦਾ ਦੋ ਤਰ੍ਹਾਂ ਦੇ ਧਰਮ ਇਹਨਾਂ ਦਿਨਾਂ 'ਚ ਨਜ਼ਰ ਆ ਰਹੇ ਨੇ ਕਿ ਕਾਰਪੋਰੇਟਾਂ ਦੀ ਰਾਖੀ ਕਿੱਦਾਂ ਕਰਨੀ ਹੈ, ਕਿਸਾਨਾਂ ਨੂੰ ਕਿਵੇਂ ਖਦੇੜਨਾ ਉੱਥੇ ਬਾਰਡਰ ਤੋਂ, ਕਿਸ ਤਰੀਕੇ ਨਾਲ ਖਦੇੜਨਾ ਹੈ, ਕਿਹੜਾ ਪੈਂਤੜਾ ਲੈਣਾ ਹੈ। ਔਰ ਦੂਸਰਾ ਉਹਨਾਂ ਦਾ ਇੱਕੋ ਹੀ ਧਰਮ ਇਹਨਾਂ ਦਿਨਾਂ ਦੇ ਵਿੱਚ ਹੈਗਾ ਕਿ ਪੱਛਮੀ ਬੰਗਾਲ ਦੀ ਚੋਣ ਜਿਹੜੀ ਉਹ ਕਿਵੇਂ ਜਿੱਤਣੀ ਹੈਗੀ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਪਾਸੇ ਅੜੀ ਤੇ ਹੱਠ ਹੈ ਤੇ ਦੂਜੇ ਪਾਸੇ ਜੋਸ਼ ਹੈ ਤੇ ਉਤਸ਼ਾਹ ਹੈ। ਤੇ ਦੇਖਣਾ ਇਹ ਹੈ ਵੀ ਹੁਣ ਇਹਦੇ ਵਿੱਚ ਕੌਣ ਆਪਣੇ ਹੱਕ ਲੈ ਕੇ ਆਉਂਦਾ ਹੈ, ਕਿਉਂਕਿ ਕਿਸਾਨਾਂ ਦੀ ਤਾਂ ਇਹ ਹੱਕ ਦੀ ਲੜਾਈ ਹੈਗੀ ਹੈ। ਇਹ 'ਚ ਕੋਈ ਕਿਸਾਨ ਇਹਨੂੰ ਕੋਈ ਜੰਗ ਨਹੀਂ ਮੰਨਦੇ। ਉਹ ਕਹਿੰਦੇ ਨੇ ਕਿ ਸਾਡੀ ਰੋਜੀ ਰੋਟੀ ਦੀ ਇਹ ਲੜਾਈ ਹੈਗੀ ਹੈ। ਤੇ ਅਮਿਤ ਸ਼ਾਹ ਕਹਿੰਦੇ ਨੇ ਕਿ ਜੀ ਇਹ ਸਾਡੀ ਜਿਹੜੀ ਹੈਗੀ ਆ ਉਹ ਬਕਾਰ ਦੀ ਲੜਾਈ ਹੈ। ਚਾਹੇ ਬਾਹਰੀ ਤੌਰ ਤੇ ਉਹ ਕਿਸਾਨਾਂ ਨਾਲ ਫੋਕੀ ਜਿਹੜੀ ਹਮਦਰਦੀ ਹੈ ਉਹ ਸ਼ੋਅ ਕਰਦੇ ਨੇ, ਪ੍ਰਧਾਨ ਮੰਤਰੀ ਵੀ ਕਰਦੇ ਨੇ, ਐਗਰੀਕਲਚਰ ਮਿਨਿਸਟਰ ਵੀ ਕਰਦੇ ਨੇ, ਪਰ ਅਸਲ 'ਚ ਉਹ ਮੰਨਦੇ ਨੇ ਕਿ ਸਾਡੀ ਇਹ ਬਕਾਰ ਦੀ ਲੜਾਈ ਹੈ। ਅਸੀਂ ਇਹ ਕਾਨੂੰਨ ਆ ਜਿਸ ਤਰ੍ਹਾਂ ਕਿਸਾਨ ਮੰਗ ਕਰਦੇ ਨੇ ਕਿ ਵਾਪਸ ਲੈ ਜਾਣ, ਕਿਸੇ ਵੀ ਸੂਰਤ ਦੇ ਵਿੱਚ ਅਸੀਂ ਵਾਪਸ ਜਿਹੜੇ ਨਹੀਂ ਲੈਣੇ ਹੈਗੇ ਨੇ। ਹੁਣ ਪੱਛਮੀ ਬੰਗਾਲ ਦੇ ਵਿੱਚ ਅਮਿਤ ਸ਼ਾਹ ਹੋਰੀ ਗਏ ਸੀਗੇ ਉੱਥੇ ਇਲੈਕਸ਼ਨ ਦੇ ਮਕਸਦ ਨਾਲ, ਤਾਂ ਉੱਥੇ ਉਹਨਾਂ ਨੇ ਇੱਕ ਕਿਸਾਨ ਦੇ ਘਰੇ ਲੰਗਰ ਪਾਣੀ ਜਿਹੜਾ ਛਕਿਆ, ਖਾਣਾ ਖਾਧਾ। ਉਹ ਅਸਲ 'ਚ ਇੱਕ ਸੰਕੇਤ ਨਾਲ ਤਾਂ ਉਹ ਚੋਣਾਂ ਵਾਲਾ ਵੀ ਏਜੰਡਾ ਨਾਲ ਨਾਲ ਰੱਖ ਰਹੇ ਨੇ, ਨਾਲ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਨੇ ਕਿ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿ ਸਾਡਾ ਕਿਸਾਨੀ ਨਾਲ ਕਿੰਨਾ ਲਗਾਓ ਹੈ, ਸਾਡਾ ਰੋਟੀ ਨਾਲ ਕਿੰਨਾ ਤਿਉ ਹੈ। ਪਰ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੀ ਸਾਡੀ ਧਰਤੀ ਮਾਂ ਹੈ ਉਹ ਸਾਰੇ ਤਰ੍ਹਾਂ ਦੇ ਜਿਹੜੇ ਭਾਰ ਹੈ, ਸਾਰੇ ਤਰ੍ਹਾਂ ਦੇ ਜਿਹੜੇ ਬੋਝ ਹੈ ਉਹ ਝੱਲ ਸਕਦੀ ਹੈ, ਪਰ ਅਹਿਸਾਨ ਫਰਾਮੋਸ਼ੀ ਨਹੀਂ। ਜਿਸ ਤਰ੍ਹਾਂ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਅਸੀਂ ਜਿਸ ਘਰ ਦਾ ਖਾ ਲੈਂਦੇ ਹਾਂ, ਅਸੀਂ ਨਮਕ ਖਾ ਲੈਂਦੇ ਹਾਂ, ਲੂਣ ਖਾ ਲੈਂਦੇ ਹਾਂ, ਅਸੀਂ ਨਮਕ ਹਰਾਮੀ ਨਹੀਂ ਕਰਦੇ। ਤਾਂ ਜੇ ਉਹਨਾਂ ਨੇ ਅਮਿਤ ਸ਼ਾਹ ਹੋਰਾਂ ਨੇ ਹੁਣ ਉੱਥੇ ਕਿਸਾਨ ਦੇ ਘਰ ਜਾ ਕੇ ਨਮਕ ਛਕਿਆ, ਰੋਟੀ ਖਾਧੀ ਹੈ, ਤਾਂ ਉਹਨਾਂ ਨੂੰ ਹੁਣ ਆਪਣਾ ਫਰਜ਼ ਵੀ ਪਹਿਚਾਨਣਾ ਚਾਹੀਦਾ ਹੈ। ਉਹ ਜਿੰਨਾ ਸਮਾਂ ਸਾਡੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਬੰਗਾਲ ਦੀਆਂ ਚੋਣਾਂ ਨੂੰ ਦੇ ਰਹੇ ਨੇ, ਜੇ ਇੰਨਾ ਸਮਾਂ ਹੀ ਕਿਸਾਨੀ ਅੰਦੋਲਨ ਨੂੰ ਨਜਿੱਠਣ ਦੇ ਲਈ ਜਿਹੜੀ ਕਿਸਾਨਾਂ ਦੀ ਮੰਗ ਹੈ ਉਹਦੇ ਹੱਲ ਕਰਨ ਦੇ ਵਿੱਚ ਲਾ ਦੇਣ, ਸ਼ਾਇਦ ਕਿਸਾਨਾਂ ਨੂੰ ਅੱਜ ਠੰਡੀਆਂ ਰਾਤਾਂ ਦੇ ਵਿੱਚ ਉੱਥੇ ਠੁਰਠੁਰ ਨਾ ਕਰਨਾ ਪੈਂਦਾ। ਦੂਸਰੀ ਤਰਫ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਹੁਣ ਦਿੱਲੀ ਦੇ ਵਿੱਚ ਉਹਨਾਂ ਨੇ ਗੁਰੂ ਘਰ 'ਚ ਆ ਕੇ ਮੱਥਾ ਟੇਕਿਆ, ਪ੍ਰਸ਼ਾਦ ਲਿਆ, ਪਰ ਉਹ ਦੂਸਰੀ ਤਰਫ ਇਹ ਭੁੱਲੇ ਨੇ ਕਿ ਜਿਹੜੇ ਸਾਡੇ ਬਾਬੇ ਨਾਨਕ ਦੇ ਜਿਹੜੇ ਅਸਲੀ ਕਿਰਤੀ ਨੇ ਉਹ ਸੜਕਾਂ ਤੇ ਰੁਲ ਰਹੇ ਨੇ।
ਤਾਂ ਉਹਨਾਂ ਨੂੰ ਕੁਝ ਸਾਡੀ ਲੀਡਰਸ਼ਿਪ ਹੈ ਜਿਹੜੀ ਸੈਂਟਰ ਦੀ ਜਾਂ ਸਰਕਾਰ ਹੈ, ਉਹਨੂੰ ਕੁਝ ਵਿਖਾਵੇ ਛੱਡ ਕੇ ਪ੍ਰੈਕਟੀਕਲੀ ਕਿਸਾਨਾਂ ਦੇ ਇਸ ਅੰਦੋਲਨ ਬਾਰੇ, ਇਹਨਾਂ ਖੇਤੀ ਕਾਨੂੰਨਾਂ ਬਾਰੇ ਸੋਚਣਾ ਚਾਹੀਦਾ ਹੈ। ਕਿਉਂਕਿ ਜਮਹੂਰੀਅਤ ਦੇ ਵਿੱਚ ਇਸ ਕਿਸਮ ਦੀਆਂ ਕੋਈ ਅੜੀਆਂ ਜਿਹੜੀਆਂ ਉਹ ਨਹੀਂ ਚੱਲਦੀਆਂ ਹੁੰਦੀਆਂ। ਇਹ 'ਚ ਕੋਈ ਇਹ ਨਹੀਂ ਕਿ ਕੌਣ ਜੰਗ ਜਿੱਤਦਾ ਕੌਣ ਹਾਰਦਾ ਹੈ। ਲੋਕ ਰਾਜ ਦੇ ਵਿੱਚ ਜਿਹੜੀ ਪ੍ਰਾਇਓਰਟੀ ਹੈ ਉਹ ਲੋਕ ਹੈਗੇ ਨੇ, ਤੇ ਲੋਕ ਹੀ ਜਿਹੜੇ ਸਭ ਕੁਝ ਸਰਕਾਰ ਕਲੇਮ ਕਰਦੀ ਹੈ ਕਿ ਉਹਨਾਂ ਲਈ ਕੀਤਾ ਜਾਂਦਾ ਹੈ। ਤਾਂ ਚੰਗੀ ਗੱਲ ਹੈ ਕਿ ਜਿੰਨਾ ਟਾਈਮ ਚੋਣਾਂ 'ਚ ਦਿੱਤਾ ਜਾ ਰਿਹਾ ਬੰਗਾਲ ਦੀਆਂ 'ਚ, ਦੂਸਰੀ ਤਰਫ ਉਹਨਾਂ ਟਾਈਮ ਹੈ ਜਿਹੜਾ ਗਵਰਨਮੈਂਟ ਹੈ ਇਹ ਮਸਲੇ ਨੂੰ ਨਜਿੱਠੇ, ਤਾਂ ਕਿ ਕਿਸਾਨ ਆਪਣੇ ਪਰਿਵਾਰਾਂ ਦੇ ਵਿੱਚ ਜਾਣ। ਕਿਉਂਕਿ ਕਿਸਾਨ ਕੱਲੀ ਲੜਾਈ ਆਪਾਂ ਜਿਹੜੀ ਦੇਖ ਰਹੇ ਹਾਂ, ਟਿਕਰੀ ਬਾਰਡਰ ਜਾਂ ਸਿੰਘੂ ਬਾਰਡਰ ਤੇ ਨਹੀਂ ਲੜ ਰਹੇ ਲੜਾਈ। ਕਿਸਾਨ ਕਈ ਤਰ੍ਹਾਂ ਦੀ ਜੰਗ ਲੜ ਰਹੇ ਨੇ ਇੱਕੋ ਵੇਲੇ, ਉਹਨਾਂ ਦੇ ਪਰਿਵਾਰ ਜੰਗ ਲੜ ਰਹੇ ਨੇ, ਉਹਨਾਂ ਦੇ ਪਿੱਛੇ ਜਿਹੜੇ ਘਰਾਂ 'ਚ ਰਹਿ ਗਈਆਂ ਔਰਤਾਂ ਨੇ ਉਹ ਇਕਲਾਪੇ ਦੀ ਜੰਗ ਲੜ ਰਹੀਆਂ ਨੇ, ਉਹਨਾਂ ਦੇ ਜਿਹੜੇ ਪੁੱਤ ਨੇ ਕੋਈ ਭਤੀਜੇ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਫਿਕਰਾਂ ਦੀ ਜੰਗ ਲੜ ਰਹੇ ਨੇ, ਔਰ ਉਹਨਾਂ ਦੇ ਖੇਤ ਇਹਨਾਂ ਦਿਨਾਂ ਦੇ ਵਿੱਚ ਸੁੰਨੇ ਨੇ। ਔਰ ਸਾਡੇ ਦਰਸ਼ਕ ਭਲੀ ਭਾਂਤ ਜਾਣੂ ਹੈ ਇਸ ਗੱਲ ਤੋਂ ਕਿ ਜਦੋਂ ਵੀ ਕਣਕ ਜਦੋਂ ਥੋੜੀ ਵੱਧਦੀ ਹੈਗੀ ਹੈ ਤਾਂ ਖੇਤਾਂ ਤੇ ਜਿਹੜਾ ਹੱਲ ਹੈ ਉਹ ਅਵਾਰਾ ਪਸ਼ੂ ਬੋਲ ਦਿੰਦੇ ਨੇ। ਤਾਂ ਇਹਨਾਂ ਦਿਨਾਂ 'ਚ ਪਹਿਲਾਂ ਠੰਡਾਂ 'ਚ ਕਿਸਾਨ ਹੈ ਜਿਹੜੇ ਉਹ ਆਪਣੇ ਖੇਤਾਂ 'ਚ ਹੁੰਦੇ ਸੀ, ਅਵਾਰਾ ਪਸ਼ੂ ਤਾਂ ਆਪਣੀ ਫਸਲਾਂ ਨੂੰ ਬਚਾਉਂਦੇ ਸੀ, ਪਰ ਉਹੀ ਕਿਸਾਨ ਉਹਨਾਂ ਨੂੰ ਲੱਗਦਾ ਕਿ ਅਵਾਰਾ ਪਸ਼ੂਆਂ ਤੋਂ ਤਾਂ ਅਸੀਂ ਫਸਲਾਂ ਬਚਾ ਲਵਾਂਗੇ, ਪਰ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਤੋਂ ਆਪਣੀਆਂ ਜ਼ਮੀਨਾਂ ਬਚਾਈਏ। ਇਸੇ ਕਰਕੇ ਉਹ ਇੱਕ ਤਹਈਆ ਕਰਕੇ ਇੱਕ ਮਕਸਦ ਨਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਔਰ ਇੱਕ ਵੱਡੀ ਜੰਗ ਹੈ ਜਿਹੜੀ ਉਹ ਲੜ ਰਹੇ ਨੇ। ਅੱਜ ਦਾ ਦਿਨ ਹੈ ਜਿਹੜਾ ਕਿਸਾਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੇ 32 ਕਿਸਾਨ ਉਸ ਘੋਲ ਦੇ ਵਿੱਚ ਫੌਤ ਹੋ ਗਏ ਨੇ, ਮੌਤ ਦੇ ਮੂੰਹ ਜਾ ਪਏ ਨੇ। ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕੋਈ ਸੜਕ ਹਾਦਸੇ 'ਚ ਆਪਣੀ ਜਾਨ ਗਵਾ ਬੈਠਾ ਹੈ। ਉਹ ਕਹਿੰਦੇ ਕਿ ਸਾਡੇ ਲੋਕ ਘੋਲ ਦੇ ਇਹ ਯੋਧੇ ਸੀ, ਲੋਕ ਘੋਲ ਦੇ ਜਿਹੜੇ ਸਾਡੇ ਸ਼ਹੀਦ ਨੇ। ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਸੱਦਾ ਦਿੱਤਾ ਹੋਇਆ ਸੀ ਸਾਰੇ ਹਿੰਦੁਸਤਾਨ ਨੂੰ ਕਿ ਅੱਜ ਆਪਣੇ ਜਿਹੜੇ ਧਾਰਮਿਕ ਸੰਸਥਾਵਾਂ ਨੇ, ਆਪਣੇ ਗੁਰੂ ਘਰ ਹੈ, ਮੰਦਿਰ ਹੈ, ਗੁਰਦੁਆਰੇ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਅਰਦਾਸ ਕੀਤੀ ਜਾਵੇ। ਤਾਂ ਉਹਦਾ ਇੱਕੋ ਹੀ ਮਕਸਦ ਸੀ ਕਿ ਇੱਕ ਸੁਨੇਹਾ ਜਾਵੇ ਪੂਰੀ ਲੋਕਾਈ ਨੂੰ, ਪੂਰੇ ਲੋਕਾਂ ਨੂੰ, ਜਨਤਾ ਨੂੰ ਜਾਂ ਕਿਸਾਨ ਭਾਈਚਾਰੇ ਨੂੰ ਕਿ ਜਿਹੜੇ ਕਿਸਾਨ ਮੌਤ ਦੇ ਮੂੰਹ ਜਾ ਪਏ ਨੇ, ਘੱਟੋ ਘੱਟ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਢਾਰਸ ਮਿਲੇ, ਇੱਕ ਹੌਸਲਾ ਮਿਲੇ ਕਿ ਪੂਰਾ ਹਿੰਦੁਸਤਾਨ ਉਹਨਾਂ ਦੇ ਨਾਲ ਖੜਾ ਹੈ। ਉਹਨਾਂ 'ਚ ਕਿਸੇ ਕਿਸਮ ਦੀ ਕੋਈ ਨਿਰਾਸ਼ਾ ਨਾ ਚਲੀ ਜਾਵੇ, ਔਰ ਇਸ ਤਰ੍ਹਾਂ ਉਹਨਾਂ ਦੀ ਪਰਿਵਾਰਾਂ ਦੀ ਇੱਕ ਹੈਲਪ ਦੇ ਰਾਹ ਵੀ ਖੁੱਲ੍ਹਦੇ ਨੇ। ਉਹਦੇ ਨਾਲ ਇੱਕ ਨਵਾਂ ਜੋਸ਼ ਔਰ ਜਨੂਨ ਵੀ ਜੁੜਦਾ ਹੈ। ਤਾਂ ਇਸੇ ਕਰਕੇ ਅੱਜ ਕਿਸਾਨ ਧਿਰਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਜਿਹੜੀ ਸ਼ਰਧਾਂਜਲੀ ਸਮਾਰੋਹ ਕੀਤੇ ਨੇ, ਉਹਨਾਂ ਕਿਸਾਨਾਂ ਨੂੰ ਸਮਰਪਿਤ ਤਕਰੀਬਨ 32 ਜਾਨਾਂ ਇਸ ਸੰਘਰਸ਼ ਦੇ ਵਿੱਚ ਗਈਆਂ ਨੇ। ਪਰ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਜਿਹੜੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਉਹ 8 ਸਫ਼ਿਆਂ ਦਾ ਇੱਕ ਨਸੀਹਤ ਤਾਂ ਲਿਖ ਰਹੇ ਨੇ, ਸੱਚ ਝੂਠ ਦੀ ਲੜਾਈ ਤਾਂ ਲਿਖ ਰਹੇ ਨੇ, ਪਰ ਕਿੰਨਾ ਚੰਗਾ ਹੁੰਦਾ ਜੇ ਇਹ 32 ਕਿਸਾਨ ਜਿਹੜੇ ਗੁਜ਼ਰ ਗਏ ਨੇ ਇਹਨਾਂ ਦੇ ਅਫਸੋਸ ਤੇ 2 ਸ਼ਬਦ ਲਿਖ ਦਿੰਦੇ ਨੇ। ਜਿਸ ਤਰ੍ਹਾਂ ਅਖਬਾਰਾਂ 'ਚ ਆ ਰਿਹਾ ਹੈ, ਸਾਡੇ ਪ੍ਰਾਈਮ ਮਿਨਿਸਟਰ ਨੇ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਹੈਗੇ ਨਵਾਜ਼ ਸ਼ਰੀਫ, ਉਹਨਾਂ ਦੀ ਮਾਤਾ ਦੀ ਦੇਹਾਂਤ ਹੋ ਗਿਆ, ਉਹਦੇ ਅਫਸੋਸ ਲਈ ਇੱਕ ਚਿੱਠੀ ਲਿਖ ਦਿੱਤੀ ਹੈ। ਪਰ ਅੱਜ ਤੱਕ ਪ੍ਰਧਾਨ ਮੰਤਰੀ ਦੇ ਮੂੰਹ ਦੇ ਵਿੱਚੋਂ ਇਹ ਗੱਲ ਨਹੀਂ ਨਿਕਲੀ ਕਿ ਜਿਹੜੇ ਕਿਸਾਨ ਅੰਦੋਲਨ 'ਚ ਚਲੇ ਗਏ ਨੇ, ਜਾਨਾਂ ਗਵਾ ਚੁੱਕੇ ਨੇ, ਉਹਨਾਂ ਤੇ ਕੋਈ ਅਫਸੋਸ ਦੇ 2 ਲਫ਼ਜ਼ ਬੋਲ ਦਿੰਦੇ। ਤਾਂ ਇਹਦੇ ਨਾਲ ਲੱਗਦਾ ਹੈ ਕਿ ਸਰਕਾਰ ਸਾਡੇ ਕਿਸਾਨਾਂ ਪ੍ਰਤੀ, ਅੰਨਦਾਤੇ ਪ੍ਰਤੀ ਬਹੁਤੀ ਸਿੰਸੈਰਿਟੀ ਹੈ ਜਿਹੜੀ ਉਹ ਦਿਖਾ ਨਹੀਂ ਰਹੀ। ਦੂਸਰੀ ਗੱਲ ਜਿਹੜੀ ਅੱਜ ਹੋਈ ਹੈ ਉਹ ਇਹ ਹੈ ਕਿ ਜਿਹੜੀ ਨਰਿੰਦਰ ਤੋਮਰ ਹੋਰਾਂ ਨੇ ਜਿਹੜਾ ਇੱਕ ਪੱਤਰ ਲਿਖਿਆ ਸੀ ਕਿਸਾਨਾਂ ਦੇ ਨਾਂ ਤੇ 8 ਸਫ਼ਿਆਂ ਦਾ, ਉਹਦਾ ਜਵਾਬ ਅੱਜ 32 ਜਿਹੜੀਆਂ ਕਿਸਾਨ ਧਿਰਾਂ ਦੇ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਹਿੰਦੁਸਤਾਨ ਦਾ, ਜਿਹਦੇ 472 ਧਿਰਾਂ ਜਿਹੜੀਆਂ ਉਹ ਸ਼ਾਮਲ ਨੇ, ਉਹਨਾਂ ਨੇ ਉਸ ਪੱਤਰ ਦਾ ਅੱਜ ਜਵਾਬ ਵੀ ਦਿੱਤਾ ਹੈਗਾ। ਉਹਨਾਂ ਨੇ ਕੱਲੀ ਜਿਹੜੀ ਧਾਰਾ ਹੈ, ਕੱਲੀ ਗੱਲ ਹੈ ਜਿਹੜੀ ਉਸ ਨੂੰ ਰਿਜੈਕਟ ਕੀਤਾ ਹੈਗਾ। ਤੇ ਉਹਦੇ ਵਿੱਚ ਸਾਨੂੰ ਤੋਮਰ ਸਾਹਿਬ ਦਾ ਜਿਹੜਾ ਪੱਤਰ ਹੈ, ਜਿਸ ਤਰ੍ਹਾਂ ਸਾਡੇ ਐਡੀਟਰ ਸਾਹਿਬ ਨੇ ਵੀ ਅੱਜ ਸਵਰਾਜ ਵੀਰ ਜੀ ਹੋਰਾਂ ਨੇ ਲਿਖਿਆ ਹੈ ਬੜਾ ਖੁੱਲ੍ਹ ਕੇ, ਕਿ ਉਹਦੇ ਵਿੱਚ ਇੱਕ ਨਵਾਂ ਝੌਲਾ ਦਿੱਤਾ ਜਾ ਰਿਹਾ ਹੁਣ ਇਸ ਅੰਦੋਲਨ ਨੂੰ, ਕਿ ਪਹਿਲਾਂ ਖਾਲਿਸਤਾਨੀਆਂ, ਨਕਸਲੀਆਂ, ਲੈਫਟ ਦਾ ਸਾਰਾ ਕੁਝ ਪਾ ਕੇ ਵਿਰੋਧੀ ਧਿਰਾਂ ਦਾ ਅੰਦੋਲਨ। ਹੁਣ ਉਸ ਲੈਟਰ ਦੇ ਵਿੱਚੋਂ ਇਹ ਚੀਜ਼ ਨਜ਼ਰ ਪੈਂਦੀ ਹੈਗੀ ਹੈ ਕਿ ਇਸ ਨੂੰ ਹੁਣ ਦੇਸ਼ ਧਰੋਹੀਆਂ ਜਾਂ ਦੇਸ਼ ਵਿਰੋਧੀਆਂ ਦਾ ਅੰਦੋਲਨ ਦਾ ਇੱਕ ਲਕਬ ਦੇਣ ਦੀ ਕੋਸ਼ਿਸ਼ ਕਿਤੇ ਨਾ ਕਿਤੇ ਸਰਕਾਰ ਹੈ ਜਿਹੜੀ ਉਹ ਕਰ ਰਹੀ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਜਦੋਂ ਇਸ ਤਰ੍ਹਾਂ ਦੀ ਨੀਤੀ ਫੜੀ ਹੋਵੇ ਫਿਰ ਸਰਕਾਰਾਂ ਦੇ ਕੋਈ ਮਸਲੇ ਹੈ ਜਿਹੜੀ ਉਹ ਛੇਤੀ ਕਿਤੇ ਹੱਲ ਹੁੰਦੇ ਨੇ। ਤਾਂ ਇਹ ਅੰਦੋਲਨ ਜ਼ਰੂਰ ਲੰਬਾ ਚੱਲੇਗਾ, ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸੈਂਟਰ ਗਵਰਨਮੈਂਟ ਨੇ ਜਾਂ ਭਾਜਪਾ ਲੀਡਰਸ਼ਿਪ ਨੇ ਜਿਹੜਾ ਪੈਂਤੜਾ ਲੈ ਲਿਆ, ਉਹ ਬੜਾ
ਹਮਲਾਵਰੀ ਰੁਖ ਅਖਤਿਆਰ ਕਰ ਲਿਆ ਇੱਕ ਤਰੀਕੇ ਨਾਲ। ਇਸੇ ਕਰਕੇ ਜਿਹੜੀ 8 ਤਰੀਕ ਤੋਂ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਸੀ ਕਿਸਾਨ ਧਿਰਾਂ ਦੀ ਗੈਰ ਰਸਮੀ, ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਜਿਹੜਾ ਡੈਡਲੌਕ ਬਣਿਆ ਹੋਇਆ ਤਾਂ ਚਾਹੀਦਾ ਸੀ ਕਿ ਇਸ ਡੈਡਲੌਕ ਨੂੰ ਤੋੜਿਆ ਜਾਂਦਾ, ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ, ਬਲਕਿ ਉਲਟਾ 2 ਦਿਨਾਂ ਤੋਂ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਹੱਲੇ ਨੇ ਇੱਕ ਰਿਫਾਈਨਡ ਵੇ ਦੇ ਵਿੱਚ ਉਹ ਤੇਜ਼ ਕਰ ਦਿੱਤੇ ਨੇ। ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਐਗਰੀਕਲਚਰ ਰਿਫਾਰਮ ਨੇ ਇਹ ਬਹੁਤ ਅੱਛੇ ਨੇ, ਔਰ ਵਿਰੋਧੀ ਧਿਰਾਂ ਜਿਹੜੀਆਂ ਇਹ ਕਿਸਾਨ ਅੰਦੋਲਨ ਨੂੰ ਜਿਹੜੀ ਗੁੰਮਰਾਹ ਕਰ ਰਹੀਆਂ ਜਾਂ ਉਹਨਾਂ ਦੇ ਮੋਢੇ ਤੇ ਰੱਖ ਕੇ ਜਿਹੜੀ ਬੰਦੂਕ ਹੈ ਜਿਹੜੀ ਉਹ ਆਪੋਜੀਸ਼ਨ ਚਲਾ ਰਹੀ ਹੈ, ਜਦੋਂ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ। ਤੇ ਅੱਜ ਹੀ ਮੈਂ ਬਿਆਨ ਆਇਆ ਹੈਗਾ MP ਨੇ ਭਾਜਪਾ ਦੇ ਗਿਰੀਰਾਜ ਸਿੰਘ, ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਦੇ ਰਿਜੈਕਟ ਕੀਤੇ ਹੋਏ ਲੋਕ ਨੇ ਕਿ ਉਹ ਅੰਦੋਲਨ ਦੇ ਵਿੱਚ ਘੁਸਪੈਠ ਕਰ ਗਏ ਨੇ, ਉਹ ਅੰਦੋਲਨ ਦੀ ਅਗਵਾਈ ਕਰ ਰਹੇ ਨੇ। ਉਹ ਇਸ਼ਾਰਾ ਕਰ ਰਹੇ ਸੀ ਕਿ ਜਿੰਨੇ ਖੱਬੀਆਂ ਧਿਰਾਂ ਹੈਗੀਆਂ ਨੇ ਜਾਂ ਕਾਂਗਰਸ ਵਾਲੇ ਆ ਉਹ ਚਲਾ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਸਾਰੇ ਹਿੰਦੁਸਤਾਨ ਇਸ ਗੱਲ ਤੋਂ ਵਾਕਫ ਹੈਗਾ ਕਿ ਨਰੋਲ ਕਿਸਾਨੀ ਦਾ ਅੰਦੋਲਨ ਹੈਗਾ, ਅੰਨਦਾਤੇ ਦਾ ਅੰਦੋਲਨ ਹੈਗਾ। ਕਿਸੇ ਵੀ ਸਟੇਜ ਤੇ ਅੱਜ ਤੱਕ ਕੋਈ ਪੋਲੀਟੀਕਲ ਨੇਤਾ ਜਿਹੜਾ ਸੰਬੋਧਨ ਕਰਦਾ ਨਹੀਂ ਦੇਖਿਆ ਗਿਆ, ਕਿਸੇ ਨੂੰ ਉਸਨੇ ਅਲਾਓ ਨਹੀਂ ਕੀਤਾ। ਕਈ ਤਰ੍ਹਾਂ ਤਾਂ ਇਦਾਂ ਹੀ ਹੈ ਕਿ ਪੋਲੀਟੀਕਲ ਲੋਕਾਂ ਨੂੰ ਆਪਣੇ ਪੰਡਾਲ 'ਚ ਵੀ ਨਹੀਂ ਬੈਠਣ ਦਿੰਦੀਆਂ। ਔਰ ਜੇ ਫੇਰ ਵੀ ਕੋਈ ਸ਼ੱਕ ਹੈਗਾ ਕਿ ਲੱਗਦਾ ਕਿ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਤਾਂ ਉੱਥੇ ਜਿੰਨੇ ਵੀ ਵਾਹਨ ਗਏ ਨੇ, ਚਾਹੇ ਉਹ ਟਰੈਕਟਰ ਹੈ, ਟਰਾਲੀ ਹੈਗਾ, ਤਾਂ ਸਰਕਾਰ ਕੋਲੇ ਆਪਣੀਆਂ ਇੰਨੀਆਂ ਏਜੰਸੀਆਂ ਨੇ, ਉਹਨਾਂ ਟਰੈਕਟਰਾਂ ਦੇ ਟਰਾਲੀਆਂ ਦੇ ਨੰਬਰ ਨੋਟ ਕਰ ਸਕਦੇ ਨੇ। ਉਹ ਨੰਬਰ ਨੋਟ ਕਰਕੇ ਆਪਣੇ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚੋਂ ਕਢਵਾ ਸਕਦੇ ਨੇ ਕਿ ਕਿੰਨਾਂ ਦੇ ਨੇ। ਜੇ ਅਗਰ ਉਹਨਾਂ ਦੇ ਨਾਂ ਤੇ ਕੋਈ ਜ਼ਮੀਨ ਨਹੀਂ ਹੈਗੀ ਆ ਤਾਂ ਫਿਰ ਕਹਿ ਸਕਦੇ ਆ ਕਿ ਕਿਸਾਨਾਂ ਦਾ ਅੰਦੋਲਨ ਨਹੀਂ। ਤੇ ਇਹਦੇ ਨਾਲ ਹੀ ਅਸੀਂ ਦੇਖਿਆ ਕਿ ਇੱਕ ਨਵੀਂ ਚੀਜ਼ ਜਿਹੜੀ ਰਿਫਟ ਪਾਉਣ ਵਾਲੀ ਸਰਕਾਰ ਦੀ ਹੈ, ਸਿਰਸਾ ਦੇ ਵਿੱਚ ਵਾਪਰੀ ਹੈ ਕਿ ਉੱਥੇ ਕੱਲ ਜਿਹੜਾ ਹੈਗਾ SYL ਦਾ ਜਿਹੜਾ ਮੁੱਦਾ ਹੈਗਾ ਉਹ ਫੇਰ ਉਭਾਰ ਦਿੱਤਾ ਗਿਆ ਹੈਗਾ ਤਾਂ ਕਿ ਇਸ ਭਾਈਚਾਰੇ ਨੂੰ ਡਿਵਾਈਡ ਕੀਤਾ ਜਾ ਸਕੇ। ਇਸ ਵੇਲੇ ਜਿਹੜੇ ਪੰਜਾਬ ਔਰ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹ ਇੱਕ ਤਰ੍ਹਾਂ ਦਾ ਘਿਓ ਖਿਚੜੀ ਨੇ। ਉਹ ਸਟੇਟਾਂ ਦੀ ਚਾਲ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਦੀ, ਉਸ ਨੂੰ ਸਮਝਣ ਲੱਗੇ ਨੇ, ਉਸ ਤੋਂ ਭਲੀ ਭਾਂਤ ਜਾਣੂ ਹੋ ਗਏ ਨੇ। ਇਸ ਕਰਕੇ ਇਹਨਾਂ ਨੂੰ ਖਤਰਾ ਲੱਗਣ ਲੱਗਾ ਤਾਂ ਇਹਨਾਂ ਨੇ ਉੱਥੇ ਜਿਹੜੇ ਭਾਜਪਾ ਦੇ ਕੁਝ ਜਿਹੜੇ ਇਹਨਾਂ ਦੇ ਆਗੂ ਸੀਗੇ ਉਹਨਾਂ ਨੇ ਉੱਥੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਤਾਂ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤੇ ਕਿਸਾਨ ਵੀ ਉੱਥੇ ਗਏ ਨੇ, ਉਹਨਾਂ ਨੇ ਉਸ ਚੀਜ਼ ਦਾ ਵਿਰੋਧ ਵੀ ਕੀਤਾ। ਤਾਂ ਇਸ ਕਿਸਮ ਦੀ ਰਿਫਟ ਪਾਉਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਜਿੰਨਾ ਵੀ ਸਾਨੂੰ ਹੁਣ ਤੱਕ ਦਾ ਲੱਗ ਰਿਹਾ ਹੈਗਾ, ਸੈਂਟਰ ਇੱਕ ਜਿਸ ਤਰ੍ਹਾਂ ਕੋਈ ਵਿਰੋਧੀ ਦੇਸ਼ ਦੇ ਕੋਈ ਵਸਿੰਦੇ ਹੋਣ ਇਸ ਤਰ੍ਹਾਂ ਟ੍ਰੀਟ ਕਿਸਾਨਾਂ ਨੂੰ ਕਰ ਰਿਹਾ ਹੈਗਾ। ਲੱਗਦਾ ਨਹੀਂ ਕਿ ਉਹਨਾਂ ਦੇ ਆਪਣੇ ਨਾਗਰਿਕ ਨੇ। ਉਹਨਾਂ ਦੇ ਜਿਹੜੇ ਮਾੜੇ ਟਾਈਮ ਸੀ ਗਵਰਨਮੈਂਟ ਆ ਉਹ ਭੁੱਲ ਗਈ ਹੈ ਕਿ ਜਦੋਂ ਅਨਾਜ ਦੀ ਥੁੜ ਸੀ ਕਿ ਕਿਵੇਂ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਸੀ ਕਿ ਤੁਸੀਂ ਇੰਨੀਆਂ ਰੇਹਾਂ ਸਪਰੇਆਂ ਪਾਓ ਆਪਣੀ ਫਸਲਾਂ 'ਚ। ਉਹਨਾਂ ਨੇ ਆਪਣੀ ਧਰਤੀ ਵੀ ਵਿਗਾੜੀ, ਪਾਣੀ ਵੀ ਵਿਗਾੜੀ। ਕਾਹਦੇ ਲਈ? ਮੁਲਕ ਲਈ, ਪੂਰੇ ਦੇਸ਼ ਲਈ। ਤਾਂ ਇਹ ਜਿਸ ਤਰ੍ਹਾਂ ਦੀਆਂ ਪਿਛਲੇ ਦਿਨਾਂ 'ਚ ਆਪਾਂ ਹਰਿਆਣਾ 'ਚ ਦੇਖਿਆ ਰੋਕਾਂ ਖੜੀਆਂ ਕੀਤੀਆਂ ਸੀ, ਜਾਂ ਉੱਥੇ ਵੀ ਆਪਾਂ ਬਾਰਡਰ ਤੇ ਦਿੱਲੀ ਦੇ ਦੇਖਦੇ ਹਾਂ, ਉੱਥੇ ਤੁਹਾਨੂੰ ਪਤਾ ਹੋਏਗਾ ਇਸ ਗੱਲ ਦਾ ਆਤਿਸ਼ ਕਿ ਉੱਥੇ 9 ਪੜਾਅ ਵੀ ਸਿਕਿਉਰਿਟੀ ਲਾਈ ਹੈ ਕਿ ਅਗਰ ਕਿਸਾਨ ਦਿੱਲੀ ਦੇ ਜਾਣਾ ਵੀ ਚਾਹਣ ਤਾਂ ਉਹਨਾਂ ਨੂੰ 9 ਤਰ੍ਹਾਂ ਦੇ ਪੜਾਅ ਹੈ ਜਿਹੜੇ ਉਹ ਪਾਰ ਕਰਕੇ ਜਾਣਗੇ। ਏਡੀਆਂ ਵੱਡੀਆਂ ਰੋਕਾਂ ਖੜੀਆਂ ਕੀਤੀਆਂ ਨੇ ਜਿੱਥੋਂ ਲੱਗਦਾ ਕਿ ਪਤਾ ਨਹੀਂ ਉਹ ਕਿੱਡੇ ਕੋਈ ਦੇਸ਼ ਦੇ ਦੁਸ਼ਮਣ ਹੈਗੇ ਨੇ। ਇਸ ਤਰ੍ਹਾਂ ਦਾ ਜਿਹੜਾ ਬਿਹੇਵ ਹੈ ਉਹ ਇੱਕ ਪ੍ਰਾਈਮ ਮਿਨਿਸਟਰ ਨੂੰ ਜਾਂ ਪ੍ਰਾਈਮ ਮਿਨਿਸਟਰ ਇਸ ਤਰ੍ਹਾਂ ਦਾ ਬੋਲਣਾ ਜਿਹੜਾ ਹੈਗਾ ਉਹ ਸ਼ੋਭਾ ਨਹੀਂ ਦਿੰਦਾ। ਇਹਦੇ ਨਾਲ ਕਹਿੰਦਾ ਇੱਕ ਰੁਤਬਾ ਹੈ ਜਿਹੜਾ ਸਾਡੇ ਪ੍ਰਧਾਨ ਮੰਤਰੀ ਦਾ, ਇੱਕ ਉਸ ਅਹੁਦੇ ਦੀ ਜਿਹੜੀ ਪਵਿੱਤਰਤਾ ਹੈਗੀ ਆ, ਉਸ ਨੂੰ ਅਕਸ਼ ਨੂੰ ਜਿਹੜੀ ਹੈ ਉਹ ਸੱਟ ਵੱਜਦੀ ਹੈਗੀ ਆ। ਹੁਣ ਇੰਟਰਨੈਸ਼ਨਲ ਲੈਵਲ ਤੇ ਕਿੰਨੇ ਪ੍ਰੋਟੈਸਟ ਹੋਏ ਨੇ, ਉਹਦੇ ਨਾਲ ਵੀ ਸਾਰੇ ਸਾਡੇ ਗਵਰਨਮੈਂਟ ਦੀ ਤੋਏ ਸਾਰੇ ਮੁਲਕਾਂ ਦੇ ਵਿੱਚ ਤਕਰੀਬਨ ਹੋਈ ਹੈਗੀ ਹੈ ਜਿੱਥੇ ਇੱਥੇ ਪੰਜਾਬੀ ਸਾਡੇ ਵਸਦੇ ਹੈਗੇ ਨੇ। ਤਾਂ ਇਸ ਤਰ੍ਹਾਂ ਦੀਆਂ ਰੋਕਾਂ ਖੜੀਆਂ ਦੀ ਕਰਨ ਦੀ ਥਾਂ ਜਿਹੜੀ ਗੱਲਬਾਤ ਦਾ ਰਾਹ ਹੈ ਉਹ ਖੋਲ੍ਹਣਾ ਚਾਹੀਦਾ ਸਰਕਾਰ ਨੂੰ। ਤੇ ਸੁਪਰੀਮ ਕੋਰਟ ਨੇ ਬਲਕਿ ਹੁਣ ਤਾਂ ਕਹਿ ਦਿੱਤਾ ਹੈਗਾ, ਹੁਣ ਤਾਂ ਸਰਕਾਰ ਸਖਤੀ ਵੀ ਨਹੀਂ ਕਰ ਸਕਦੀ ਉਸ ਅੰਦੋਲਨ ਦੇ ਉੱਪਰ, ਕਿਉਂਕਿ ਉਹ ਕਹਿ ਦਿੱਤਾ ਹੈਗਾ ਕਿ ਇਹ ਅੰਦੋਲਨ ਕਰਨਾ ਇਹਨਾਂ ਦਾ ਰਾਈਟ ਹੈ, ਇਹਨਾਂ ਤੇ ਕਿਸੇ ਕਿਸਮ ਦੀ ਸਖਤੀ ਨਹੀਂ ਕੀਤੀ ਜਾ ਸਕਦੀ। ਉਸ ਤੋਂ ਪਹਿਲਾਂ ਤੁਹਾਡੇ ਚੇਤੇ ਹੋਵੇ ਤਾਂ ਯੂਨਾਈਟਿਡ ਨੇਸ਼ਨ ਨੇ ਵੀ ਇਹ ਕਹਿ ਦਿੱਤਾ ਕਿ ਇਹਨਾਂ ਦਾ ਰਾਈਟ ਹੈਗਾ। ਤਾਂ ਇਹਨਾਂ ਨੇ ਤਾਂ ਕਿਹਾ ਸੀਗਾ ਉੱਥੇ ਸਾਡੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਚੱਲਦਾ ਸੀਗਾ ਕਿ ਜੀ ਦੇਖੋ ਇਹਨੇ ਦਿੱਲੀ ਸੀਲ ਕਰਤੀ ਕਿਸਾਨਾਂ ਨੇ। ਕਿਸਾਨ ਕਹਿੰਦੇ ਅਸੀਂ ਦਿੱਲੀ ਸੀਲ ਕੀਤੀ ਨਹੀਂ, ਅਸੀਂ ਜੰਤਰ ਮੰਤਰ ਜਾਣਾ ਚਾਹੁੰਦੇ ਹਾਂ ਔਰ ਤੁਸੀਂ ਨੁਮਾਇੰਦੇ ਭੇਜੋ ਆਪਣੇ, ਦੇਖੋ ਕਿ ਰੋਕਾਂ ਕਿਹਨੇ ਖੜੀਆਂ ਕੀਤੀਆਂ, ਦਿੱਲੀ ਕਿਹਨੇ ਸੀਲ ਕੀਤੀ ਹੋਈ ਹੈ। ਤਾਂ ਇਸ ਕਿਸਮ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ। ਇਸ ਨਵੇਂ ਮਾਹੌਲ ਨੂੰ ਗੱਲਬਾਤ ਦੀ ਥਾਂ ਸਰਕਾਰ ਹੈ ਜਿਹੜੀ ਹਮਲਾਵਰ ਰੁਖ ਰੱਖ ਕੇ ਇੱਕ ਨਵੇਂ ਤਰ੍ਹਾਂ ਦੇ ਜਿਹੜੇ ਖਾਕੇ ਆਪਣੇ ਮਨ ਦੇ ਵਿੱਚ, ਆਪਣੇ ਦਸਤਾਵੇਜ਼ਾਂ ਦੇ ਵਿੱਚ ਤਿਆਰ ਕੀਤੇ ਹੋਏ ਨੇ। ਉਹਦੇ ਚਰਨਜੀਤ ਜੀ, ਜਿਵੇਂ ਕੱਲ ਕੇਂਦਰੀ ਗ੍ਰਹਿ ਮੰਤਰੀ ਨੇ
ਕਿਸਾਨ ਦੇ ਘਰ ਰੋਟੀ ਖਾ ਕੇ ਦਿਖਾਉਣ ਦੀ ਕੋਸ਼ਿਸ਼ ਕਰੀ ਹੈ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਭਾਜਪਾ ਕਿਸਾਨਾਂ ਨਾਲ ਬਹੁਤ ਲਗਾਵ ਰੱਖਦੀ ਹੈ, ਜਿਹੜੇ ਵੀ ਫੈਸਲੇ ਕਰ ਰਹੀ ਹੈ ਉਹ ਕਿਸਾਨਾਂ ਦੀ ਭਲਾਈ 'ਚ ਕਰ ਰਹੀ ਹੈ। ਪਰ ਦੂਜੇ ਪਾਸੇ ਜਿਹੜੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਨੇ, ਚਾਹੇ ਉਹ ਆੜਤੀ ਵਰਗ ਹੈ, ਚਾਹੇ ਵਪਾਰੀ ਵਰਗ ਹੈ, ਕੋਈ ਵੀ ਹੈ, ਉਹਨਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਕਈ ਤਰ੍ਹਾਂ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਨੇ। ਇਹਦੀ ਫਿਰ ਅਸਲ ਵਜ੍ਹਾ ਕੀ ਹੈ? ਅਸਲ ਵਜ੍ਹਾ ਤਾਂ ਇਹ ਬੜੀ ਕਲੀਅਰ ਹੈ ਕਿ ਜਿਸ ਤਰ੍ਹਾਂ ਆਪਾਂ ਸ਼ੁਰੂਆਤੀ ਗੱਲ ਤੋਰੀ ਸੀ ਕਿ ਇੱਕ ਗੁਪਤ ਖਾਕਾ ਜਿਹੜਾ ਬਾਇਆ ਗਿਆ, ਜਿੰਨਾ ਕਿ ਮੇਰੇ ਸੋਰਸਸ ਹੈਗੇ ਨੇ ਉਹਨਾਂ ਤੋਂ ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਹੈਗੀ ਆ ਅਨਆਫੀਸ਼ੀਅਲੀ, ਉਹਦੇ ਵਿੱਚ ਦੋ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਇੱਕ ਤਾਂ ਇਹ ਕਿ ਜਿੰਨੇ ਵੀ ਕਿਸਾਨਾਂ ਦੇ, ਪੰਜਾਬ ਦੇ ਕਿਸਾਨਾਂ ਦੇ ਜਾਂ ਦੂਸਰੇ ਜਿਹੜੇ ਲੱਗਦੇ ਨੇ ਥੋੜੇ ਜਿਹੇ ਜਿਹੜੇ ਮੱਸ ਰੱਖਦੇ ਨੇ ਥੋੜਾ ਜਿਹਾ ਹਨਾ, ਤਾਂ ਉਹਨਾਂ ਦੇ ਗੁਪਤ ਤੌਰ ਤੇ ਸਾਰੇ ਰਿਕਾਰਡ ਹੈ ਜਿਹੜੇ ਇਕੱਠੇ ਕੀਤੇ ਗਏ ਨੇ ਤਾਂ ਕਿ ਲੋੜ ਪੈਣ ਤੇ ਇਹਨਾਂ ਨੂੰ ਵਰਤਿਆ। ਉਹਨਾਂ ਦਾ ਪਿਛਲਾ ਪਿਛੋਕੜ ਹੈ ਜਿਹੜਾ ਰਿਕਾਰਡ ਚੈੱਕ ਕੀਤਾ ਜਾ ਰਿਹਾ, ਉਹਨਾਂ ਤੇ ਪਰਚੇ ਦਰਜ ਕਿੰਨੇ ਹੋਏ ਹੋਏ ਨੇ, ਉਹਨਾਂ ਤੇ ਕਿੱਥੇ ਕਿੱਥੇ ਕੇਸ ਚੱਲ ਰਹੇ ਨੇ, ਉਹਨਾਂ ਕੇਸ ਦਾ ਕੀ ਸਟੇਟਸ ਹੈ, ਸਾਰੇ ਕਿਸਾਨ ਲੀਡਰਾਂ ਦਾ ਜਾਂ ਉਹਨਾਂ ਦੇ ਨੇੜਲਿਆਂ ਦਾ ਇਹ ਚੀਜ਼ ਜਿਹੜੀ ਪ੍ਰੈਕਟਿਸ ਕਰਨ ਤੇ ਅੰਦਰੋਂ ਅੰਦਰੀ ਜਾਂ ਇੱਕ ਦਸਤਾਵੇਜ਼ ਤਿਆਰ ਕਰਨ ਤੇ ਸਾਡੀ ਜਿਹੜੀ ਸੈਂਟਰ ਸਰਕਾਰ ਜੁਟੀ ਹੋਈ ਹੈ, ਔਰ ਮੌਕਾ ਪੈਣ ਤੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਇਹ ਵਰਤ ਵੀ ਸਕਦੀ ਹੈ। ਜਾਂ ਜਿਵੇਂ ਪਿਛਲੇ ਦਿਨਾਂ 'ਚ ਨੈਸ਼ਨਲ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਜਿਹੜਾ ਸਰਕਾਰ ਦਾ ਪੱਖ ਪੂਰਦਾ ਹੈ, ਉਹਦੇ ਵਿੱਚ ਵੀ ਇਹ ਪੇਸ਼ਕਾਰੀ ਕੀਤੀ ਗਈ ਸੀ ਕਿ ਕਿਹੜੇ ਕਿਸਾਨ ਅੰਦੋਲਨ ਤੇ ਕਿੰਨੇ ਮਤਲਬ ਕਿਸਾਨਾਂ ਤੇ ਆਗੂਆਂ ਤੇ ਪਰਚੇ ਦਰਜ ਨੇ। ਤਾਂ ਇੱਕ ਤਾਂ ਇਹ ਹੈਗਾ, ਤੇ ਦੂਸਰਾ ਇਹ ਹੈਗਾ ਕਿ ਆੜ੍ਹਤੀਆਂ ਤੇ ਇੱਕ ਰਣਨੀਤੀ ਬਣਾਈ ਗਈ ਹੈ। ਇਹ ਤਕਰੀਬਨ ਪਿਛਲੇ 12 ਤਰੀਕ ਤੋਂ ਚੱਲ ਰਹੀ ਸੀਗੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਆੜ੍ਹਤੀਏ ਜਿਹੜੇ ਹੈਗੇ ਨੇ ਉਹ ਸਿੰਘੂ ਬਾਰਡਰ ਤੇ ਪਹੁੰਚੇ ਸੀਗੇ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਆੜ੍ਹਤੀਆਂ ਦੀ ਨਬਜ਼ ਸਾਡੇ ਕੋਲ ਹੈਗੀ ਹੈ। ਤਾਂ ਉਹਨਾਂ ਨੇ ਜਿਸ ਤਰ੍ਹਾਂ ਈਡੀ ਨੂੰ ਯੂਜ਼ ਕੀਤਾ ਜਾਂਦਾ ਹੈ, ਸੀਬੀਆਈ ਨੂੰ ਯੂਜ਼ ਕੀਤਾ ਜਾਂਦਾ ਹੈ, ਉਸ ਤਰ੍ਹਾਂ ਇਨਕਮ ਟੈਕਸ ਦੇ ਜਿਹੜੇ ਛਾਪੇ ਹੈ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਮਰਵਾਏ ਗਏ ਨੇ। ਮੇਰੀ ਸੂਚਨਾ ਦੇ ਅਨੁਸਾਰ 16 ਲੀਡਰ ਹੈ ਜਿਹੜੇ ਆੜ੍ਹਤੀਆਂ ਦੇ। ਆਮ ਲੇਮੈਨ ਜਿਹੜਾ ਸਧਾਰਨ ਕਾਰੋਬਾਰੀ ਆੜ੍ਹਤੀ ਹੈ ਉਹਨੂੰ ਨਹੀਂ ਛੇੜਿਆ ਗਿਆ, ਸਿਰਫ ਉਹ ਆੜ੍ਹਤੀਏ ਜਿਹੜੇ ਡਿਸਟ੍ਰਿਕਟ ਲੈਵਲ ਦੇ ਆਗੂ ਨੇ, ਬਲਾਕ ਲੈਵਲ ਦੇ ਆਗੂ ਨੇ, ਸਟੇਟ ਲੈਵਲ ਦੇ ਆਗੂ ਨੇ। 16 ਆੜ੍ਹਤੀਆਂ ਦੀ ਇੱਕ ਤਰ੍ਹਾਂ ਦੀ ਇਹ ਸੂਚੀ ਤਿਆਰ ਕੀਤੀ ਗਈ ਹੈਗੀ ਹੈ। ਉਹਨਾਂ ਦੇ ਵਿੱਚੋਂ 6 ਆੜ੍ਹਤੀਆਂ ਦੇ ਘਰ ਜਿਹੜੇ ਛਾਪੇ ਵੀ ਰੇਡ ਪੈ ਚੁੱਕੀ ਹੈਗੀ ਹੈ, ਜਿਹਦੇ ਵਿੱਚੋਂ 2 ਆੜ੍ਹਤੀਏ ਜਿਹੜੇ ਉਹ ਅਕਾਲੀ ਦਲ ਨਾਲ ਸੰਬੰਧਿਤ ਨੇ, 4 ਆੜ੍ਹਤੀਏ ਜਿਹੜੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ। ਤਾਂ ਬਾਕੀ ਜਿਹੜੇ 10 ਆੜ੍ਹਤੀਏ ਹੋਰ ਹੈ, ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡ ਹੈ ਜਿਹੜੀ ਹੋ ਸਕਦੀ ਹੈਗੀ ਆ। ਪਰ ਜਿਹੜਾ ਇਹਨਾਂ ਦਾ ਤੌਰ ਤਰੀਕਾ ਹੈ ਸਾਰੀ ਗੱਲ ਨੂੰ ਦੇਖਣ ਦਾ, ਉਹ ਤੋਂ ਪਤਾ ਲੱਗਦਾ ਕਿ ਇਹ ਬਿਲਕੁਲ ਇੱਕ ਬਦਲਾਖੋਰੀ ਨਾਲ, ਕਿਉਂਕਿ ਹਿਸਟਰੀ 'ਚ ਕਦੇ ਨਹੀਂ ਹੋਇਆ। ਆੜ੍ਹਤੀਏ ਦਾ ਕੀ ਹੈ, ਆੜ੍ਹਤ ਦਾ ਕਾਰੋਬਾਰ ਕਰਦਾ। ਆੜ੍ਹਤ ਹੈ ਜਿਹੜੀ ਉਹ ਸਰਕਾਰ ਹੈ ਜਿਹੜੀ ਔਨਰ ਕਾਰਡ ਦਿੰਦੀ ਹੈ, ਔਨਰ ਕਾਰਡ ਉਸਦਾ ਜਿਹੜਾ TDS ਕੱਟਿਆ ਜਾਂਦਾ ਹੈ। ਸਾਰੇ ਆੜ੍ਹਤੀਏ ਜਿਹੜੀ ਟਾਈਮ ਟੂ ਟਾਈਮ ਹਰ ਸਾਲ ਆਪਣੀ ਜਿਹੜੀ ਰਿਟਰਨ ਹੈ ਉਹ ਭਰਦੇ ਨੇ, ਠੀਕ ਹੈ। ਜਿਹੜੇ ਉਹਨਾਂ ਦੂਸਰੇ ਕਾਰੋਬਾਰ ਹੈ ਜਾਂ ਵੱਡੇ ਕਾਰੋਬਾਰ ਹੈ, ਅਦਰ ਕਾਰੋਬਾਰ ਹੈ, ਉਹਨਾਂ ਤੇ ਤਾਂ ਜ਼ਰੂਰ ਛਾਪੇ ਪੈਂਦੇ ਰਹੇ ਨੇ, ਪਰ ਆੜ੍ਹਤ ਫਰਮਾਂ ਤੇ ਕਦੇ ਇਸ ਕਿਸਮ ਦਾ ਸਾਡੀ ਹਿਸਟਰੀ ਦੇ ਵਿੱਚ ਪੰਜਾਬ ਦੀ 'ਚ ਨਹੀਂ ਹੋਇਆ ਕਿ ਇਸ ਤਰ੍ਹਾਂ ਛਾਪੇ ਪੈਂਦੇ ਹੋਣ। ਫਿਰ ਇਹਨਾਂ ਦਾ ਤਰੀਕਾ ਦੇਖੋ ਤੁਸੀਂ ਕਿ ਮੇਨ ਜਿਸ ਤਰ੍ਹਾਂ ਕਿ ਛਾਪਾ ਪੈਂਦਾ ਰਾਤ ਦਿਨੇ ਪੈਂਦਾ ਹੈਗਾ, ਰਾਤ ਨੂੰ ਛਾਪੇ ਮਾਰੇ ਗਏ ਨੇ। ਜਿਹੜੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਵਿਜੇ ਕਾਲੜਾ ਜੀ, ਉਸਦੇ ਘਰ 9:30 ਵਜੇ ਰਾਤੀ ਗਏ। ਫਿਰ ਉਹਦੇ ਨਾਲ ਸਿਕਿਉਰਿਟੀ ਫੋਰਸ ਜਿਹੜੀ CRPF ਯੂਜ਼ ਕੀਤੀ ਗਈ ਹੈ, ਉਹ ਤੋਂ ਵੀ ਪਤਾ ਲੱਗਦਾ ਹੈ ਕਿ ਕਈ ਮੇਰੇ ਇਨਕਮ ਟੈਕਸ ਦੇ ਅਧਿਕਾਰੀਆਂ ਨਾਲ ਜਿਹੜੀ ਗੱਲ ਵੀ ਹੋਈ ਹੈ, ਉਹ ਵੀ ਇਸ ਗੱਲ ਦੀ ਦਬੀ ਜ਼ਬਾਨ ਨਾਲ ਹਾਮੀ ਭਰਦੇ ਨੇ ਕਿ ਇਹ ਹਦਾਇਤਾਂ ਜਿਹੜੀਆਂ ਦਿੱਲੀ ਤੋਂ ਆਈਆਂ ਨੇ। ਤਾਂ ਆਉਣ ਵਾਲੇ ਦਿਨਾਂ 'ਚ ਇਹ ਪਰੇਸ਼ਾਨੀ ਹੈ ਜਿਹੜੀ ਹੋਰ ਵਧੇਗੀ। ਇਸ ਦਾ ਮਕਸਦ 2 ਹੈ। ਇੱਕ ਮਕਸਦ ਤਾਂ ਇਹ ਹੈ ਕਿ ਜਿਹੜਾ ਕਿਸਾਨਾਂ ਔਰ ਆੜ੍ਹਤੀਆਂ ਦਾ ਰਿਸ਼ਤਾ ਹੈ, ਜਿਹਦੇ ਵਿੱਚ ਥੋੜ੍ਹੀ ਬਹੁਤੀ ਪਿਛਲੇ ਟਾਈਮ ਦੇ ਵਿੱਚ ਤਰੇੜ ਆ ਗਈ ਸੀਗੀ, ਉਹ ਹੁਣ ਤਰੇੜ ਭਰੀ ਗਈ ਹੈਗੀ ਹੈ। ਉਹਨਾਂ ਦਾ ਰਿਸ਼ਤਾ ਜਿਹੜਾ ਸੁਖਾਵਾਂ ਬਣਿਆ, ਦੋਨੇ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਆਉਂਦੇ ਦਿਨਾਂ 'ਚ ਖੜਨਗੇ। ਇਹ ਸਮਝਦੇ ਨੇ ਕਿ ਜਿਹੜੀ ਸ਼ਹਿਰੀ ਵੋਟ ਹੈਗੀ ਹੈ, ਜਿਸ ਤਰ੍ਹਾਂ ਪੋਲਰਾਈਜੇਸ਼ਨ ਕਰਕੇ ਇਹ ਖੇਡਦੇ ਨੇ ਚੋਣਾਂ ਦੇ ਵਿੱਚ, ਇਹਨਾਂ ਨੂੰ ਲੱਗਦਾ ਕਿ ਜੇ ਇਹ ਆੜ੍ਹਤੀਏ ਲੋਕ ਹੈਗੇ ਨੇ, ਸ਼ਹਿਰੀ ਲੋਕ ਨੇ, ਇਹ ਕਿਸਾਨਾਂ ਨਾਲ ਇਸ ਤਰ੍ਹਾਂ ਹੀ ਖੜੇ ਰਹਿਣਗੇ ਤਾਂ ਸਾਨੂੰ ਪੋਲੀਟੀਕਲੀ ਵੀ ਇਸ ਦੀ ਸੱਟ ਹੈ ਜਿਹੜੀ ਉਹ ਵੱਜੇਗੀ। ਇੱਕ ਮਕਸਦ ਤਾਂ ਇਹ ਸੀ ਕਿ ਦੋਨਾਂ ਦਾ ਰਿਸ਼ਤਾ ਹੈ ਜਿਹੜਾ ਉਸਨੂੰ ਤਾਰ-ਤਾਰ ਕਰਨਾ, ਤੇ ਦੂਸਰਾ ਮਕਸਦ ਇਹ ਸੀ ਕਿ ਉਹਨਾਂ ਦੇ ਵਿੱਚ ਇੱਕ ਹਊਆ ਖੜਾ ਕਰਨਾ, ਇੱਕ ਡਰ ਪੈਦਾ ਕਰਨਾ, ਤਾਂ ਕਿ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਕਿਸਾਨਾਂ ਦੇ ਕੋਈ ਘੋਲ ਚਾਹੇ ਸਟੇਟ ਦੇ ਵਿੱਚ ਲੜੇ ਜਾਣ ਚਾਹੇ ਦਿੱਲੀ ਲੜੇ ਜਾਣ, ਉਸ ਤੋਂ ਇਹ ਜਿਹੜੇ ਕਿਨਾਰਾ ਕਰ ਲੈਣ। ਤੁਹਾਡੇ ਯਾਦ ਹੋਏਗਾ ਕਿ ਆੜ੍ਹਤੀ ਐਸੋਸੀਏਸ਼ਨ ਜਿਹੜੀ ਪੰਜਾਬ ਵਾਲੀਆਂ ਹੈਗੀਆਂ ਧਿਰਾਂ ਹੈਗੀਆਂ ਨੇ, ਤਾਂ ਇਹਨਾਂ ਨੇ 7 ਦਸੰਬਰ ਨੂੰ ਪਹਿਲੀ ਜਿਹੜੀ ਮੀਟਿੰਗ ਹੈ ਆਪਣੀ ਬੁਲਾਈ ਸੀਗੀ। ਉਹਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਹਰ ਡਿਸਟ੍ਰਿਕਟ ਦੇ ਵਿੱਚੋਂ ਮਾਫ ਕਰਨਾ ਕਿ ਹਰ 3 ਡਿਸਟ੍ਰਿਕਾਂ ਦੇ ਜਿਹੜੇ ਆੜ੍ਹਤੀਏ ਨੇ ਉਹ ਡੇਲੀ ਸਿੰਘੂ ਬਾਰਡਰ ਤੇ ਕਿ ਸਾਡੀਆਂ ਜਿਹੜੀਆਂ ਸ਼ਹਿਰ ਹੈ ਜਾਂ ਮੰਡੀਆਂ ਹੈਗੀਆਂ ਨੇ, ਵੱਡੀ ਗਿਣਤੀ ਦੇ ਵਿੱਚ ਆੜ੍ਹਤੀਏ ਉੱਥੋਂ ਰੋਜ਼ ਬੱਸਾਂ ਦੇ ਜ਼ਰੀਏ ਜਿਹੜੇ ਉੱਥੇ ਦਿੱਲੀ ਪਹੁੰਚਦੇ ਵੀ ਰਹੇ ਨੇ। ਤਾਂ ਇਸ ਨੂੰ ਦੇਖਦੇ ਹੋ ਕਿ ਗਿਣਤੀ ਹੈ ਜਿਹੜੀ ਉਹਦੇ ਵਿੱਚ
ਕਿਉਂਕਿ ਹੁਣ ਤਾਂ ਇੱਕ ਤਰ੍ਹਾਂ ਦਾ ਕਿਸਾਨਾਂ ਦਾ ਘੋਲ ਤਾਂ ਰਿਹਾ ਨਹੀਂ, ਬਿਲਕੁਲ ਇਹ ਤਾਂ ਹੁਣ ਸਮੁੱਚੇ ਲੋਕ ਘੋਲ ਬਣ ਗਿਆ ਕਿਉਂਕਿ ਕਿਸਾਨੀ ਦੇ ਨਾਲ ਸਾਰੇ ਤਬਕੇ ਜਿਹੜੇ ਜੁੜੇ ਹੋਏ ਨੇ। ਤਾਂ ਕੁਝ ਜਿਹੜੇ ਇੱਕ ਚੀਮਾ ਸਾਹਿਬ ਨੇ ਆੜਤੀਆਂ ਦੇ ਪ੍ਰਧਾਨ, ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੀਆਂ ਜਿਹੜੀਆਂ ਮੰਡੀਆਂ ਹੈ ਉਹ ਬੰਦ ਰੱਖਾਂਗੇ। ਇਹ ਤੋਂ ਇਲਾਵਾ ਆੜਤੀ ਐਸੋਸੀਏਸ਼ਨ ਦੇ ਜਿਹੜੇ ਵਿਜੇ ਕਾਲੜਾ ਜੀ ਨੇ, ਉਹਨਾਂ ਨੇ ਅੱਜ ਬਾਘਾ ਪੁਰਾਣਾ ਦੇ ਵਿੱਚ ਆਪਣੀ ਜਿਹੜੀ ਮੀਟਿੰਗ ਹੈ ਪੰਜਾਬ ਭਰ ਦੀ, ਉਹਨਾਂ ਦੀ ਇੱਕ 31 ਜਿਹੜੇ ਆਗੂਆਂ ਦੀ ਇੱਕ ਕਮੇਟੀ ਬਣਾਈ ਹੋਈ ਆ, ਹਾਈ ਪਾਵਰ ਕਮੇਟੀ ਕਹਿੰਦੇ ਇਹਨਾਂ ਨੂੰ, ਉਹਨਾਂ ਦੀ ਮੀਟਿੰਗ ਸੱਦੀ ਹੋਈ ਹੈ। ਕਿਉਂਕਿ ਆੜਤੀਏ ਕਿਸੇ ਨਾ ਕਿਸੇ ਰੂਪ 'ਚ ਇੱਕ ਡਰੇ ਵੀ ਨੇ। ਉਹ ਕਹਿੰਦੇ ਕਿ ਸਾਨੂੰ ਤਾਂ ਜਿਹੜੀ ਕਿਸਾਨ ਨਾਲ ਸਾਡੀ ਰੋਜੀ ਰੋਟੀ ਦੀ ਸਾਂਝ ਹੈ, ਅਸੀਂ ਕਿਸਾਨ ਬਿਨਾਂ ਚੱਲ ਨਹੀਂ ਸਕਦੇ, ਕਿਉਂਕਿ ਸਾਡਾ ਕਾਰੋਬਾਰ ਹੈ ਜਿਹੜਾ ਉਹ ਕਿਸਾਨੀ ਤੇ ਟਿਕਿਆ ਹੋਇਆ ਹੈ। ਇਸ ਕਰਕੇ ਉਹਨਾਂ ਨੇ ਮੀਟਿੰਗ ਵੀ ਬੁਲਾਈ ਹੋਈ ਹੈ। ਲੱਗਦਾ ਕਿ 5-6 ਵਜੇ ਤੱਕ ਉਸ ਦੇ ਵੀ ਰਿਜ਼ਲਟ ਸਾਡੇ ਸਾਹਮਣੇ ਆ ਜਾਣਗੇ। ਆੜਤੀਏ ਵੀ ਆਪਣੀ ਤੌਰ ਤੇ ਇੱਕ ਨਵਾਂ ਜਿਹੜਾ ਪ੍ਰੋਗਰਾਮ ਉਲੀਕਣਗੇ। ਸੋ ਇਹ ਇਸ ਕਿਸਮ ਦੀ ਸੈਂਟਰ ਨੇ ਇੱਕ ਨਵਾਂ ਪੈਂਤੜਾ ਕਹਿ ਲਈਏ ਜਾਂ ਚਾਲ ਖੇਡੀ ਹੈਗੀ ਹੈ, ਜਿਹਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ ਔਰ ਕਿਸਾਨਾਂ ਦੀਆਂ ਜਿਹੜੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਚਰਨਜੀਤ ਜੀ, ਜਿਹੜਾ ਇਹ ਪੁਆੜਾ ਇਸ ਟਾਈਮ ਛਿੜਿਆ ਹੋਇਆ, ਇਹਦੀ ਅਸਲ ਜੜ ਕਾਰਪੋਰੇਟ ਘਰਾਣੇ ਨੇ ਤੇ ਕਿਸਾਨ ਧਿਰਾਂ ਨੇ। ਜਿੱਥੇ ਕੇਂਦਰ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ, ਉੱਥੇ ਹੀ ਕਾਰਪੋਰੇਟ ਘਰਾਣਿਆਂ ਨੇ ਵੀ ਬਰਾਬਰ ਖੜਾ ਕੀਤਾ ਹੋਇਆ। ਤੁਹਾਨੂੰ ਕੀ ਲੱਗਦਾ ਹੈ ਵੀ ਕਿ ਕਿਸਾਨ ਜਿਹੜੇ ਹੈਗੇ ਆ ਕਾਰਪੋਰੇਟ ਘਰਾਣਿਆਂ ਤੋਂ ਆਪਣੀ ਜ਼ਮੀਨਾਂ ਬਚਾਉਣ 'ਚ ਕਾਮਯਾਬ ਹੋ ਜਾਣਗੇ? ਦੇਖੋ, ਇਹ ਕੋਈ ਕਾਰਪੋਰੇਟ ਦੇ ਖਿਲਾਫ ਕੋਈ ਅੱਜ ਦੀ ਲੜਾਈ ਤਾਂ ਹੈ ਨਹੀਂ ਕਿਸਾਨਾਂ ਦੀ। ਜਦੋਂ ਵੀ ਵਿਸ਼ਵੀਕਰਨ ਦਾ ਦੌਰ ਚੱਲਿਆ ਸੀਗਾ, ਉਸ ਤੋਂ ਲੈ ਕੇ ਆਪਾਂ ਇਹ ਕਹਿ ਲਈਏ ਕਿ 25-30 ਸਾਲਾਂ ਦੀ ਇੱਕ ਤਰ੍ਹਾਂ ਦੀ ਇਹ ਜੰਗ ਹੈ ਜਿਹੜੀ ਸ਼ੁਰੂ ਹੋਈ ਸੀ ਕਾਰਪੋਰੇਟ ਦੇ ਖਿਲਾਫ, ਕਿਉਂਕਿ ਪਤਾ ਹੈ ਕਿ ਇਹਨਾਂ ਦਾ ਇੱਕੋ ਹੀ ਏਜੰਡਾ ਹੈ, ਮੁਨਾਫਾ। ਤਾਂ ਕਾਰਪੋਰੇਟ ਦੇ ਖਿਲਾਫ ਜਿਹੜੀ ਜੰਗ 91-92 ਜਾਂ 92-93 ਤੋਂ ਸ਼ੁਰੂ ਹੋਈ ਸੀ, ਉਹ ਇੱਕ ਠੰਡੀ ਜੰਗ ਕਹਿ ਲਈਏ ਆਪਾਂ। ਉਹ ਹੁਣ ਇਕੱਠਾ ਹੁੰਦਾ ਹੁਣ ਇੱਕ ਵੱਡਾ ਸ਼ੇਪ ਲੈ ਗਿਆ ਹੈਗਾ, ਵੱਡੀ ਸ਼ੇਪ ਲੈ ਗਿਆ। ਤੇ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਕਿਸਾਨ ਧਿਰਾਂ ਹੈਗੀਆਂ ਨੇ, ਕਿ ਜਿੰਨਾ ਹੀ ਉਹ ਵੈਸੇ ਤਾਂ ਰੱਖ ਹੀ ਰਹੀਆਂ ਨੇ ਅਬਾਨੀ ਅਡਾਨੀ ਨੂੰ ਜਾਂ ਕਾਰਪੋਰੇਸ਼ਨ ਨੂੰ ਨਿਸ਼ਾਨੇ ਤੇ ਰੱਖਿਆ ਹੋਇਆ, ਤਾਂ ਉਹ ਲੱਗਦਾ ਕਿ ਜਿੰਨਾ ਸੈਂਟਰ ਤੇ ਲਾ ਰਿਹਾ ਕਿ ਸਾਰੇ ਕਾਰਪੋਰੇਟਸ ਦੇ ਖਿਲਾਫ ਵੀ ਜਿਹੜੇ ਕੌਮੀ ਪੱਧਰ ਤੇ ਇੱਕ ਅੰਦੋਲਨ ਨਾਲ ਤੋਰ ਸਕਦੀਆਂ, ਉਹਦੇ ਵਿੱਚ ਮੇਨ ਏਜੰਡੇ ਦੇ ਤੌਰ ਤੇ ਅਬਾਨੀ ਅਡਾਨੀ ਦਾ ਜਿਵੇਂ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ, ਤੇ ਪੰਜਾਬ ਦੇ ਵਿੱਚ ਉਸ ਨੂੰ ਜਾਂ ਹਰਿਆਣੇ ਦੇ ਵਿੱਚ ਬੜਾ ਵੱਡੇ ਪੱਧਰ ਤੇ ਹੁਲਾਰਾ ਵੀ ਮਿਲਿਆ ਹੈਗਾ ਕਾਰਪੋਰੇਟਸ ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਹੈ। ਔਰ ਕਈ ਪਿੰਡਾਂ ਦੇ ਵਿੱਚੋਂ ਤਾਂ ਖਬਰਾਂ ਆਈਆਂ ਨੇ ਕਿ ਪੂਰੇ ਪਿੰਡ ਨੇ ਉੱਥੇ ਕੈਂਪ ਲਾਏ ਨੇ ਮੋਬਾਈਲ ਕੰਪਨੀਆਂ ਦੇ, ਦੂਸਰੀਆਂ ਦੇ, ਕਿ ਉਹਦਾ ਸਿਮ ਹੈ ਜਿਹੜਾ ਛੱਡਿਆ ਜਾ ਰਿਹਾ ਜੀਓ ਦਾ। ਕਿਉਂਕਿ ਵੱਡਾ ਸ਼ੇਅਰ ਹੁਣ ਤੱਕ ਕਿਸੇ ਵੇਲੇ ਅੱਜ ਤੋਂ 10-12 ਸਾਲ ਪਹਿਲਾਂ ਜਿਹੜਾ ਰਿਲਾਇੰਸ ਦਾ ਸ਼ੇਅਰ ਸੀ ਮੋਬਾਈਲ ਕੰਪਨੀਆਂ ਦਾ ਮਾਰਕੀਟ ਦੇ ਵਿੱਚ, ਕੱਲੀ ਰਿਲਾਇੰਸ ਦਾ 4% 4.62 ਸੀਗਾ, ਤੇ ਹੁਣ ਇਸ ਵੇਲੇ 35% ਸ਼ੇਅਰ ਹੈ ਜਿਹੜਾ ਉਹ ਕੱਲਾ ਰਿਲਾਇੰਸ ਜੀਓ ਦਾ ਹੈਗਾ। ਮੋਟੀ ਕਮਾਈ ਹੈ ਜਿਹੜੀ ਰਿਲਾਇੰਸ ਜੀਓ ਜਿਹੜਾ ਸਰਕਾਰ ਤੇ, ਜਿਵੇਂ ਕਹਿ ਰਹੇ ਨੇ ਨਾ ਕਿ ਕਿਸਾਨਾਂ ਤੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਹਾ ਹੈ, ਸਰਕਾਰ ਕਹਿ ਰਹੀ ਹੈ ਆਪੋਜੀਸ਼ਨ ਲਈ, ਉਸ ਤਰ੍ਹਾਂ ਜਿਹੜੇ ਕਾਰਪੋਰੇਟਸ ਹੈ ਉਹਨਾਂ ਨੇ ਵੀ ਆਪਣੀ ਬੰਦੂਕ ਹੈ ਜਿਹੜੀ ਉਹ ਆਪਣੀ ਹਕੂਮਤ ਦੇ ਮੋਢੇ ਤੇ ਰੱਖੀ ਹੋਈ ਹੈ, ਜਿਹਦੇ ਨਾਲ ਇਕੱਲੇ ਜਿਹੜੇ ਸਟੇਟ ਹੈ ਜਾਂ ਲੋਕ ਹੈ ਉਹ ਫੁੰਡੇ ਜਾ ਰਹੇ ਨੇ। ਤਾਂ ਇਹ ਕਾਰਪੋਰੇਟ ਦੇ ਖਿਲਾਫ ਤਾਂ ਜੰਗ ਸ਼ੁਰੂ ਤੋਂ ਹੀ ਰਹੀ ਹੈ। ਇਹ ਠੀਕ ਹੈ ਵੀ ਇੰਨੀ ਜਿੰਨੀ ਹੁਣ ਤੇਜ਼ ਹੋਈ ਹੈ, ਕਿਉਂਕਿ ਹੁਣ ਤਾਂ ਲੁੱਟ ਪੈ ਗਈ ਹੈ। ਕਿਉਂਕਿ ਪਹਿਲਾਂ ਜਿਹੜੇ ਕਾਰਪੋਰੇਟ ਘਰਾਣੇ ਹੁੰਦੇ ਸੀਗੇ ਆਤਿਸ਼, ਉਹ ਇਹ ਹੁੰਦਾ ਸੀ ਕਿ ਮੈਨੂਫੈਕਚਰਿੰਗ ਦੇ ਖੇਤਰ ਦੇ ਵਿੱਚ ਜ਼ਿਆਦਾ ਹੁੰਦਾ ਸੀ, ਇੰਡਸਟਰੀ ਦੇ ਵਿੱਚ ਜ਼ਿਆਦਾ ਪੈਸਾ ਇਹਨਾਂ ਦਾ ਲੱਗਿਆ ਹੁੰਦਾ ਸੀ। ਪਰ ਹੌਲੀ ਹੌਲੀ ਇਹਨਾਂ ਨੇ ਆਪਣੇ ਪੈਰ ਹੈ ਜਿਹੜੇ ਪਸਾਰਨੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਤੁਸੀਂ ਦੇਖਿਆ ਕਿ ਹੈਲਥ ਦੇ ਖੇਤਰ ਦੇ ਵਿੱਚ ਆ ਗਏ। ਪੂਰੇ ਇੰਡੀਆ ਦੇ ਵਿੱਚ ਜਿਹੜੇ ਵੱਡੇ ਵੱਡੇ ਹਸਪੀਟਲ, ਕਾਰਪੋਰੇਟ ਹਸਪਤਾਲਾਂ ਦਾ ਜਿਹੜਾ ਕੰਸੈਪਟ ਆ ਗਿਆ, ਜਿਹਦੇ ਵਿੱਚ ਸਰਕਾਰਾਂ ਨੂੰ ਮੁਫਤ ਜ਼ਮੀਨਾਂ ਦਿੰਦੀਆਂ ਨੇ, ਠੀਕ ਹੈ, ਹੋਰ ਕਿੰਨੇ ਤਰ੍ਹਾਂ ਦੇ ਇਨਸੈਂਟਿਵ ਹੈ, ਕਿੰਨੇ ਤਰ੍ਹਾਂ ਦੀਆਂ ਛੋਟਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ। ਫਿਰ ਇਹਨਾਂ ਨੇ ਐਜੂਕੇਸ਼ਨ ਵਾਲੇ ਪਾਸੇ ਪੈਰ ਪਸਾਰ ਲਏ। ਫਿਰ ਇਹਨਾਂ ਨੂੰ ਲੱਗਿਆ ਹੋਏਗਾ ਕਿਸੇ ਨਾ ਕਿਤੇ ਕਿ ਚਲੋ ਜੇ ਐਜੂਕੇਸ਼ਨ ਸੈਕਟਰ 'ਚ ਅਸੀਂ ਆਏ ਹਾਂ ਤੇ ਨਾਲ ਪੈਰਲਲ ਸਰਕਾਰੀ ਖੇਤਰ ਵੀ ਖੁੱਲ੍ਹਾ ਹੈਗਾ, ਤੇ ਇਹ ਜੇ ਹੈਲਥ ਦੇ 'ਚ ਆਏ ਹਾਂ ਤੇ ਨਾਲ ਸਰਕਾਰੀ ਹਸਪਤਾਲ ਵੀ ਹੈਗੇ ਨੇ। ਤਾਂ ਇਹਨਾਂ ਨੂੰ ਲੱਗਿਆ ਸੀ ਕਿ ਇੱਕ ਖੇਤੀ ਵਾਲਾ ਸੈਕਟਰ ਹੈ ਜਿਹਦੇ ਵਿੱਚ ਅਪੋਜਿਟ ਸਾਈਡ ਕੁਛ ਹੈ ਨਹੀਂ, ਤੇ ਕਿਸਾਨ ਭੋਲੇ ਭਾਲੇ ਨੇ ਜਿਨ੍ਹਾਂ ਨੂੰ ਛੇਤੀ ਗੁੰਮਰਾਹ ਵੀ ਕੀਤਾ ਜਾ ਸਕਦਾ ਹੈ। ਤਾਂ ਇਹਨਾਂ ਨੇ ਉਹੀ ਕੋਵਿਡ ਦਾ ਟਾਈਮ ਚੁਣ ਕੇ ਸਰਕਾਰ ਤੋਂ ਇਸ ਚੀਜ਼ ਦਾ ਫਾਇਦਾ ਵੀ ਲਿਆ। ਤਾਂ ਸਰਕਾਰ ਹੈ ਜਿਹੜੀ ਅੱਜ ਪੂਰੀ ਤਰ੍ਹਾਂ ਜਿਹੜੀ ਕਾਰਪੋਰੇਟ ਦੇ ਪਿੱਠ ਤੇ ਖੜੀ ਹੈ ਜਾਂ ਉਹਨਾਂ ਦੇ ਹਿੱਤਾਂ ਦੀ ਪਾਲਣਾ ਕਰ ਰਹੀ ਹੈ। ਤਾਂ ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ ਕਿ ਜਿਹਦੇ ਵਿੱਚ ਦੱਸਿਆ ਕਿ ਜਦੋਂ ਯੂਪੀਏ ਦੀ ਸਰਕਾਰ ਸੀ 2004 ਤੋਂ ਲੈ ਕੇ 2014 ਤੱਕ, ਤਾਂ ਉਹਨਾਂ 10 ਸਾਲਾਂ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਹੈ, ਵੱਡੇ ਘਰਾਣੇ ਨੇ ਸਾਰੇ, ਇੱਕ ਨਹੀਂ ਵੱਡੇ ਸਾਰੇ ਜਿੰਨੇ ਵੀ ਹੈਗੇ ਨੇ, ਉਹਨਾਂ ਦਾ ਇਹਨਾਂ 2.25 ਲੱਖ ਕਰੋੜ ਰੁਪਇਆ ਜਿਹੜਾ ਵੱਟੇ ਖਾਤੇ ਪਾਇਆ ਬੈਂਕਾਂ ਨੇ। ਪਰ ਜਿਹੜੀ ਵੀ ਮੋਦੀ ਸਰਕਾਰ ਹੈ ਸਾਡੀ ਭਾਜਪਾ ਦੀ, ਇਸਨੇ ਆ 4 ਸਾਲਾਂ 'ਚ 2015 ਤੋਂ ਲੈ ਕੇ 2019 ਤੱਕ ਤਕਰੀਬਨ 8 ਲੱਖ ਕਰੋੜ ਰੁਪਈਆ ਜਿਹੜਾ ਵੱਡੇ ਘਰਾਣਿਆਂ ਦਾ ਉਹ ਵੱਟੇ ਖਾਤੇ ਪਾਤਾ, ਜਿਹਨੂੰ ਰਾਈਟ ਆਫ ਕਹਿ ਦਿੰਦੇ ਹਾਂ ਅਸੀਂ। ਤਾਂ ਇਹਦੋਂ ਪਤਾ ਲੱਗਦਾ ਕਿ ਜਿਹੜੇ ਹਿੱਤ
ਕਿਹਦੇ ਪੂਰੇ ਜਾ ਰਹੇ ਨੇ। ਤਾਂ ਇੱਕ ਇਹ ਤਾਂ ਗੱਲ ਸਾਫ਼ ਹੀ ਹੈ ਕਿ ਕਾਰਪੋਰੇਟਾਂ ਲਈ ਖੜੀ ਹੈਗੀ ਹੈ, ਤਾਂ ਲੋੜ ਤਾਂ ਇਹ ਹੈ ਕਿ ਕਿਸਾਨਾਂ ਲਈ ਵੀ ਸਰਕਾਰ ਖੜੇ, ਕਿਉਂਕਿ ਗੱਲੀ ਬਾਤੀ ਢਿੱਡ ਹੈ ਜਿਹੜਾ ਉਹ ਨਹੀਂ ਭਰਦਾ, ਤੇ ਆਉਣ ਵਾਲੇ ਦਿਨਾਂ 'ਚ ਮਾਹੌਲ ਹੈ ਜਿਹੜਾ ਉਹ ਹੋਰ ਭਖਣਾ ਹੈ, ਤੇ ਕਿਸਾਨਾਂ ਨੇ ਵੀ ਇੱਕ ਲੰਬੀ ਰਣਨੀਤੀ ਹੁਣ ਤਿਆਰ ਕਰਨੀ ਹੈਗੀ ਹੈ। ਉਹਨਾਂ ਨੇ ਪੰਜਾਬ ਦੇ ਵਿੱਚੋਂ ਆਪਣੇ ਜਿਹੜੇ ਜਥੇ ਹੈ ਉਹਨਾਂ ਦੀ ਵੰਡ ਕਰ ਦਿੱਤੀ ਹੈ ਕਿ ਅੱਜ 12,000 ਦਾ ਜਥਾ ਆਏਗਾ, ਅੱਜ 20,000 ਦਾ ਜਥਾ ਆਏਗਾ। ਤਾਂ ਇਹ ਘੋਲ ਆਉਂਦੇ ਦਿਨਾਂ 'ਚ ਕਿਸਾਨਾਂ ਨੇ ਬੜੀ ਸ਼ਿੱਦਤ ਦੇ ਨਾਲ ਲੜਨਾ, ਜਿਸ ਤਰ੍ਹਾਂ ਪਹਿਲਾਂ ਜਾਬਤੇ ਨਾਲ ਲੜਨਾ ਹੈਗਾ, ਡਿਸਪਲਿਨ ਦੇ ਨਾਲ ਲੜਨਾ ਹੈਗਾ। ਤੇ ਕਿਸਾਨ ਜਦੋਂ ਵੀ ਵਿਹਲੇ ਹੋਣਗੇ ਇਸ ਘੋਲ ਦੇ ਵਿੱਚ ਆਪਣੀ ਜੰਗ ਜਿੱਤ ਕੇ, ਜਿਸ ਤਰ੍ਹਾਂ ਲੱਗ ਰਿਹਾ ਕਿ ਜ਼ਰੂਰ ਇਹਦਾ ਫਲ ਮਿੱਠਾ ਨਿਕਲੇਗਾ, ਸਾਡਾ ਮਿੱਠਾ ਹੋਏਗਾ, ਤਾਂ ਸਿਆਸੀ ਤਰ੍ਹਾਂ ਤੋਂ ਵੀ ਇਹ ਲੋਕ ਹੈ ਜਿਹੜੇ ਹਿਸਾਬ ਕਿਤਾਬ ਮੰਗਣਗੇ। ਤਾਂ ਸਾਡੇ ਚੀਫ ਮਿਨਿਸਟਰ ਨੂੰ ਵੀ ਦੱਸਣਾ ਪਏਗਾ ਕਿ ਉਹਨਾਂ ਨੇ ਆਪਣੀਆਂ ਠੰਡ ਦੀਆਂ ਰਾਤਾਂ ਕਿੰਨੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਨੀਲੀ ਛਤਰੀ ਹੇਠ ਗੁਜ਼ਾਰੀਆਂ ਨੇ। ਨਵਜੋਤ ਸਿੱਧੂ ਹੋਰੀ ਜਿਹੜੇ ਕਿਸਾਨੀ ਦੀ ਪੱਗ ਦਾ ਬੜਾ ਖਿਆਲ ਕਰਦੇ ਨੇ, ਉਹਨਾਂ ਨੂੰ ਵੀ ਹਿਸਾਬ ਕਿਤਾਬ ਦੇਣਾ ਪਏਗਾ ਕਿ ਉਹਨਾਂ ਨੇ ਕਿਸਾਨੀ ਲਈ ਇਹ 2.5 ਮਹੀਨਿਆਂ 'ਚ 3 ਮਹੀਨਿਆਂ 'ਚ ਕਿੰਨੇ ਦਿਨ ਉਹਨਾਂ ਨੇ ਪ੍ਰਚਾਰ ਕੀਤਾ ਕਿਸਾਨਾਂ ਦੇ, ਕੀ ਮੁਜ਼ਾਹਰੇ ਕੀਤੇ, ਕਿੰਨੀ ਲਾਮਬੰਦੀ ਕੀਤੀ। ਭਗਵੰਤ ਮਾਨ ਹੋਰਾਂ ਨੂੰ ਵੀ ਹਿਸਾਬ ਕਿਤਾਬ ਦੇਣਾ ਹੋਏਗਾ। ਕੱਲੀ ਨੱਠ ਭੱਜ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਕਿਸਾਨ ਨਾਲ ਖੜੇ ਹਾਂ, ਕਿ ਇਹ ਕਿਸਾਨ ਅੰਦੋਲਨ ਦੇ ਬੜੇ ਵਧੀਆ ਰਿਜ਼ਲਟ ਹੈ ਜਿਹੜੇ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਨੇ। ਤਾਂ ਕਾਮਨਾ ਕਰਦੇ ਹਾਂ ਕਿ ਕਿਸਾਨਾਂ ਨੂੰ ਇਹ ਠੰਡ ਦੀਆਂ ਰਾਤਾਂ ਜਿਹੜੀਆਂ ਜ਼ਿਆਦਾ ਟਾਈਮ ਦਿੱਲੀ ਦੀਆਂ ਬਰੂਹਾਂ ਤੇ ਨਾ ਗੁਜ਼ਾਰਨੀਆਂ ਪੈਣ, ਤੇ ਸੈਂਟਰ ਨੂੰ ਵੀ ਹੁਣ ਅਕਲ ਨੂੰ ਹੱਥ ਮਾਰਨੀ ਚਾਹੀਦੀ ਹੈ। ਪਤਾ ਲੱਗਿਆ ਕਿ ਜੇ ਸਾਡੇ ਭਾਜਪਾ ਦੇ ਕੁਛ ਆਗੂਆਂ ਨੇ ਕਿਹਾ ਕਿ ਸੈਕੰਡ ਰਾਊਂਡ ਦੀ ਗੱਲਬਾਤ ਹੈ ਜਿਹੜੀ ਉਹ ਸੈਂਟਰ ਆਉਂਦੇ ਦਿਨਾਂ 'ਚ ਸ਼ੁਰੂ ਕਰ ਸਕਦਾ ਹੈ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਦੱਸਿਆ ਵੀ ਕੇਂਦਰ ਸਰਕਾਰ ਵੱਲੋਂ ਸਾਰੇ ਹੀ ਫੈਸਲੇ ਜਿਹੜੇ ਆ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਲਏ ਜਾ ਰਹੇ ਨੇ। ਪਰ ਦੋਸਤੋ, ਲੋਕਾਂ ਦਾ ਢਿੱਡ ਅੰਨਦਾਤਾ ਨੇ ਭਰਨਾ, ਕਾਰਪੋਰੇਟ ਘਰਾਣਿਆਂ ਨੇ ਨਹੀਂ ਭਰਨਾ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣੀਆਂ ਪੈਣਗੀਆਂ, ਕਿਸਾਨਾਂ ਅੱਗੇ ਝੁਕਣਾ ਪਏਗਾ। ਕੱਲ ਨੂੰ ਇੱਕ ਨਵੇਂ ਮੁੱਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।